ਸਤਿ ਸ਼੍ਰੀ ਅਕਾਲ ਲੋਕ ਰਣ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਹਾਜ਼ਰ ਹਾਂ ਪ੍ਰੋਗਰਾਮ ਤੋਂ ਸਿੱਧੇ ਸਵਾਲ ਲੈ ਕੇ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਡਾਕਟਰ ਸਾਹਿਬ ਛੋਟੇ ਹੁੰਦਿਆਂ ਤੋਂ ਅਸੀਂ ਸੁਣਦੇ ਆਏ ਹਾਂ ਕਿ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਜਿਸ ਖੇਤੀ ਨੂੰ ਉੱਤਮ ਗਿਣਿਆ ਜਾਂਦਾ ਸੀ, ਵਪਾਰ ਨੂੰ ਮੱਧਮ ਗਿਣਿਆ ਜਾਂਦਾ ਸੀ, ਨੌਕਰੀ ਨੂੰ ਨਖਿੱਧ ਗਿਣਿਆ ਜਾਂਦਾ ਸੀ। ਕਿਹੋ ਜਿਹਾ ਇਹ ਸਮਾਂ ਆਇਆ ਕਿ ਉਹ ਸਾਡੀਆਂ ਗੁਰੂਆਂ ਦੀਆਂ ਜੋ ਗੱਲਾਂ ਨੇ ਅਸੀਂ ਬਜ਼ੁਰਗਾਂ ਤੋਂ ਸੁਣੀਆਂ ਨੇ, ਉਲਟ ਹੁੰਦੀਆਂ ਉਹ ਦਿਖਾਈ ਦੇ ਰਹੀਆਂ ਨੇ। ਖੇਤੀ ਹੁਣ ਕਹਿੰਦੇ ਕਿ ਨਖਿੱਧ ਹੋ ਗਈ, ਨੌਕਰੀ ਯਾਨੀ ਕਿ ਚਾਕਰੀ ਸਭ ਤੋਂ ਉੱਤਮ ਮੰਨੀ ਗਈ, ਵਪਾਰ ਟੌਪ ਕਲਾਸ, ਖੇਤੀ। ਕਿੰਨਾ ਡਾਕਟਰ ਸਾਹਿਬ ਸਮਾਂ ਹੋ ਗਿਆ ਆਪਾਂ ਨੇ ਗੱਲਬਾਤ ਕੀਤੀ ਕਿਸਾਨੀ ਅੰਦੋਲਨ ਤੇ। ਦੇਖੋ ਸੌਖਾ ਨਹੀਂ ਹੁੰਦਾ 1 ਸਾਲ ਦਾ ਸਮਾਂ ਸੜਕਾਂ ਤੇ ਗੁਜ਼ਾਰਨਾ। 1 ਸਾਲ ਬਾਅਦ ਬੀਤੇ ਕੱਲ੍ਹ ਕਿਸਾਨ ਦਿੱਲੀ ਤੋਂ ਪਰਤੇ ਨੇ। ਪ੍ਰੋਗਰਾਮ ਦਿੱਤਾ ਸੀ ਕਿਸਾਨਾਂ ਨੇ ਕਿ ਇੰਨੀ ਤਰੀਕ ਨੂੰ ਅਸੀਂ ਉੱਥੇ ਸਟੇ ਕਰਾਂਗੇ। ਕੱਲ੍ਹ ਸ਼ੰਭੂ ਬਾਰਡਰ ਡਾਕਟਰ ਸਾਹਿਬ ਬੜਾ ਲੱਖਾਂ ਦੀ ਗਿਣਤੀ ਦਾ ਇਕੱਠ ਸੀ। ਰਾਜਪੁਰੇ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਤਗੜਾ ਜਾਮ ਸੀ, ਕਿਉਂਕਿ ਜਾਮ ਤਾਂ ਹੋਣਾ ਹੀ ਹੈ, ਲੱਖਾਂ ਕਿਸਾਨ ਵਾਪਸੀ ਕਰ ਰਹੇ ਸੀ। ਬੀਜੇਪੀ ਸਰਕਾਰ ਲਾਈਵ ਟੈਲੀਕਾਸਟ ਦੇਖ ਰਹੀ ਸੀ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ। ਹਾਈ ਕਮਾਂਡ ਵੀ ਬੀਜੇਪੀ ਦੀ, ਉਹ ਵੀ ਹੈਰਾਨ ਸੀ ਕਿ ਆਖਰ ਇੰਨਾ ਇਕੱਠ ਇਹ ਨਿਕਲ ਕੇ ਕਿੱਥੋਂ ਆਇਆ। ਲੱਖਾਂ ਦੀ ਤਾਦਾਦ ਦੇ ਵਿੱਚ ਗਿਣਤੀ ਡਾਕਟਰ ਸਾਹਿਬ ਕਿ ਬੀਜੇਪੀ ਸਰਕਾਰ ਨੂੰ ਕੰਬਣੀ ਛੇੜ ਗਈ। ਤੇ ਇੱਕ ਖੇਤੀ, ਇੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਵੀ ਉਸ ਖੇਤੀ ਨੂੰ ਜਿਸ ਨੂੰ ਅਨਖਿੱਧ ਗਿਣਿਆ ਜਾਣ ਲੱਗ ਗਿਆ ਅੱਜ ਦੇ ਟਾਈਮ ਦੇ ਵਿੱਚ, ਕਿ ਇੱਕ ਤਾਂ ਖੁਦਕੁਸ਼ੀਆਂ ਦੇ ਰਾਹ ਪੈ ਗਏ ਕਿਸਾਨ, ਕਰਜ਼ੇ ਨੇ ਕਿਸਾਨ ਖਾ ਲਏ। ਇਸ ਵਿਸ਼ੇ ਨੂੰ ਟੱਚ ਕਰਾਂਗੇ ਅਖੀਰ ਦੇ ਵਿੱਚ ਜਾ ਕੇ। ਉਸ ਤੋਂ ਪਹਿਲਾਂ ਤੁਹਾਡੇ ਮੈਂ ਵਿਚਾਰ ਲੈਣੇ ਚਾਹੂੰਗਾ। 1 ਸਾਲ ਦਾ ਸਮਾਂ ਹੋ ਗਿਆ, ਉਸ ਤੋਂ ਬਾਅਦ ਕਿਸਾਨ ਆਪਣੇ ਪਰਿਵਾਰਾਂ ਦੇ ਵਿੱਚ, ਪੰਜਾਬ ਦੇ ਵਿੱਚ ਹਰਿਆਣਾ ਦੇ ਕਿਸਾਨ ਹਰਿਆਣਾ 'ਚ ਪਰਤੇ, ਪੱਛਮੀ ਯੂਪੀ ਦੇ ਕਿਸਾਨ, ਉੱਤਰੀ ਯੂਪੀ ਦੇ ਕਿਸਾਨ ਉਹ ਆਪਣੇ ਪਰਿਵਾਰਾਂ 'ਚ ਪਰਤੇ। ਅਲੱਗ-ਅਲੱਗ ਸੂਬਿਆਂ ਦੇ ਕਿਸਾਨ ਬੀਤੇ ਕੱਲ੍ਹ ਡਾਕਟਰ ਸਾਹਿਬ ਆਪਣੇ ਘਰਾਂ 'ਚ ਉਹ ਚਲੇ ਗਏ, ਆਪਣੇ ਬੱਚਿਆਂ ਦੇ ਨਾਲ ਸੁੱਖ ਸ਼ਾਂਤੀ ਵਾਲਾ ਹੁਣ ਜੀਵਨ ਜਿਉਣਗੇ। ਪਰ ਅੰਦੋਲਨ, ਜਿਵੇਂ ਕੰਵਰ ਗਰੇਵਾਲ ਹੋਰੀ ਕਹਿੰਦੇ ਨੇ ਕਿ ਨਹੀਂ ਮੁੱਕਿਆ, ਅਜੇ ਮੁੱਕਿਆ ਨਹੀਂ ਸੰਘਰਸ਼ ਕਿਸਾਨੀ ਦਾ। ਦੇਖੋ ਮਸਲੇ ਤਾਂ ਸਾਰੇ ਹੀ ਨੇ ਜੋ ਖੇਤੀ ਅੱਗੇ ਮੂੰਹ ਅੱਡੀ ਖੜੇ ਨੇ, ਉਹਨਾਂ ਤੇ ਜ਼ਰੂਰ ਹੁਣ ਡਟ ਕੇ ਪਹਿਰਾ ਦੇਣਗੇ ਕਿਸਾਨ ਆਗੂ, ਕਿਸਾਨ SKM ਲੜਾਈ ਲੜੂਗਾ। ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੀ ਵਾਪਸੀ ਦਿੱਲੀ ਤੋਂ? ਪੰਗੂ ਸਾਹਿਬ, ਸਭ ਤੋਂ ਪਹਿਲਾਂ ਤਾਂ ਵਧਾਈ ਹੀ ਦੇਣੀ ਬਣਦੀ ਹੈ ਜਿੰਨੇ ਵੀ, ਚਾਹੇ ਉਹ 32 ਜਥੇਬੰਦੀਆਂ ਹੋਣ, ਚਾਹੇ ਜਥੇਬੰਦੀਆਂ ਤੋਂ ਬਾਹਰਲੇ ਜਿਹੜੇ ਕਿਸਾਨ ਹੋਣ। ਕੱਲੇ ਕਿਸਾਨ ਹੀ ਨਹੀਂ ਮੈਂ ਕਹਾਂਗਾ, ਚਾਹੇ ਉਹਦੇ ਵਿੱਚ ਆਮ ਲੋਕ ਹੋਣ, ਮੁਲਾਜ਼ਮ ਹੋਣ, ਆੜਤੀਏ ਹੋਣ, ਵਪਾਰੀ ਹੋਣ, ਦੁਕਾਨਦਾਰ ਹੋਣ, ਬੁੱਧੀਜੀਵੀ ਹੋਣ, ਲੇਖਕ ਹੋਣ ਔਰ ਮੀਡੀਆ ਪਰਸਨ ਹੋਣ। ਮੀਡੀਆ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਖਾਸ ਤੌਰ ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਸ ਨੇ ਇਸ ਸਾਰੇ ਸੰਘਰਸ਼ ਨੂੰ ਪੂਰੇ ਦਾ ਪੂਰਾ ਸਿਖਰ ਤੇ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਇਸ ਲਈ ਸਾਰੇ ਇਹ ਹੱਕਦਾਰ ਨੇ ਵਧਾਈ ਦੇ। ਸੋ ਕਹਿਣ ਦਾ ਮਤਲਬ ਹੈ ਕਿ ਕੱਲ ਉਹਨਾਂ ਦੀ ਵਾਪਸੀ ਹੋਈ ਹੈ। 1 ਸਾਲ ਤੋਂ ਉੱਤੇ ਉਹਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਕੱਟਿਆ ਔਰ ਲਗਾਤਾਰ ਆਪਾਂ ਨੇ ਦੇਖਿਆ ਹੈ ਜਿਹਦੇ ਵਿੱਚ 700 ਤੋਂ ਜ਼ਿਆਦਾ ਕਿਸਾਨਾਂ ਦੀ ਜਿਹੜੀ ਹੈਗੀ ਹੈ ਸ਼ਹੀਦੀ ਹੋਈ ਹੈ। ਔਰ ਕੱਲੇ ਕਿਸਾਨ ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਮਾਤਾਵਾਂ, ਸਾਡੀਆਂ ਭੈਣਾਂ, ਬੱਚੇ ਛੋਟੇ ਤੁਸੀਂ ਦੇਖਿਆ ਹੋਏਗਾ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਸਾਰੇ ਅਖੀਰ ਨੂੰ ਜਿੱਤ ਕੇ ਵਾਪਸ ਪਰਤੇ। ਸੋ ਵੱਡੀ ਗੱਲ ਇਹੀ ਹੈ। ਇਸ ਤੋਂ ਵੀ ਵੱਡੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ 56 ਇੰਚ ਦਾ ਸੀਨਾ ਹੈ PM ਸਾਹਿਬ ਦਾ, ਮੋਦੀ ਸਾਹਿਬ ਦਾ, ਉਹ ਕਦੇ ਝੁਕ ਨਹੀਂ ਸਕਦੇ ਔਰ ਕਦੇ ਹਾਰ ਨਹੀਂ ਸਕਦੇ। ਉਸ ਵੱਡੇ ਇਨਸਾਨ ਨੂੰ, ਉਸ ਵੱਡੀ ਪਾਰਟੀ ਨੂੰ, ਜਿਹੜੀ ਕਹਿੰਦੀ ਸੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀਆਂ ਸੀ, ਉਸ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਦੀਆਂ ਗੋਡਨੀਆਂ ਲਵਾਈਆਂ ਨੇ ਔਰ ਬੀਜੇਪੀ ਨੂੰ ਉਹਦਾ ਜਿਹੜਾ ਹੈਗਾ ਅਸਲੀ ਚਿਹਰਾ ਦਿਖਾਇਆ ਹੈ। ਸੋ ਇਸ ਕਰਕੇ ਇਸ ਅੰਦੋਲਨ ਦੀ ਜਿਹੜਾ ਕਿ ਸ਼ਾਂਤੀਪੂਰਵਕ ਅੰਦੋਲਨ ਰਿਹਾ ਔਰ ਲਗਾਤਾਰ ਇਹਦੇ ਵਿੱਚ ਗਾਂਧੀ ਜੀ ਦੀ ਫਿਲਾਸਫੀ, ਇਹਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਫਿਲਾਸਫੀ, ਸਾਡੇ ਗੁਰੂਆਂ ਪੀਰਾਂ ਦੀ ਫਿਲਾਸਫੀ ਜਿਹੜੀ ਹੈਗੀ ਹੈ, ਗੁਰੂ ਗੋਬਿੰਦ ਸਿੰਘ ਜੀ ਔਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਹਰ ਤਰ੍ਹਾਂ ਦੀ ਫਿਲਾਸਫੀ ਨੂੰ ਜਦੋਂ ਤੁਸੀਂ ਦੇਖਿਆ, ਸਮਝਿਆ
ਔਰ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੇ ਇੱਕ ਗੁਲਦਸਤੇ ਦੇ ਵਾਂਗ ਜਿਹੜਾ ਸੀਗਾ ਉਹ ਕੰਮ ਕੀਤਾ। ਸੋ ਉਹਦਾ ਨਤੀਜਾ ਜਾਂ ਆਪਣੇ ਸਾਰੇ ਸਾਹਮਣੇ ਹੈ ਔਰ ਲਗਾਤਾਰ ਆਪਾਂ ਦੇਖਿਆ ਹੈ ਕਿ ਪ੍ਰੈਸ਼ਰ ਬਣਾ ਕੇ ਰੱਖਿਆ ਮੋਰਚੇ ਦੇ ਵੱਖ-ਵੱਖ ਲੀਡਰਾਂ ਨੇ, ਚਾਹੇ ਪੰਜਾਬ ਦੇ ਲੀਡਰ ਹੋਣ, ਚਾਹੇ ਯੂਪੀ ਦੇ ਲੀਡਰ ਹੋਣ, ਚਾਹੇ ਹਰਿਆਣੇ ਦੇ ਲੀਡਰ ਹੋਣ, ਚਾਹੇ ਰਾਜਸਥਾਨ ਦੇ ਲੀਡਰ ਹੋਣ, ਚਾਹੇ ਦੱਖਣ ਦੇ ਲੀਡਰ ਹੋਣ। ਯਾਨੀ ਕਿ ਕੋਈ ਸਟੇਟ ਐਸੀ ਨਹੀਂ ਸੀਗੀ ਹਿੰਦੁਸਤਾਨ ਦੀ ਜਿਸ ਸਟੇਟ ਦੇ ਕਿਸਾਨਾਂ ਨੇ ਇਸ ਮੋਰਚੇ ਦੇ ਵਿੱਚ ਭਾਗ ਨਾ ਲਿਆ ਹੋਵੇ। ਸੋ ਪੂਰੇ ਦਾ ਪੂਰਾ ਹਿੰਦੁਸਤਾਨ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਖੁਸ਼ ਹੈ। ਔਰ ਵੱਡੀ ਗੱਲ ਇਹ ਹੈ ਕਿ ਇਕੱਲੇ ਹਿੰਦੁਸਤਾਨ ਨਹੀਂ ਹੈ, ਪੂਰੀ ਦੁਨੀਆ ਦੀਆਂ ਨਿਗਾਹਾਂ ਇਸ ਮੋਰਚੇ ਦੇ ਉੱਤੇ ਲੱਗੀਆਂ ਸੀਗੀਆਂ। ਔਰ ਇੱਥੋਂ ਤੱਕ ਕਿ ਨੋਮ ਚਮਸਕੀ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿੰਨੇ ਵੀ ਵੱਡੇ ਮੁਲਕ ਨੇ ਜਿੱਥੇ ਕਿਸਾਨ ਨੇ, ਉਹਨਾਂ ਕਿਸਾਨਾਂ ਨੇ ਇਸ ਮੋਰਚੇ ਤੋਂ ਜਾਣਿਆ ਹੈ ਕਿ ਕਿਵੇਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ, ਕਿਵੇਂ ਅਡਾਨੀਆਂ ਅਬਾਨੀਆਂ ਦੇ ਜਿਹੜੇ ਆਪਣੇ ਮੁਲਕਾਂ ਦੇ ਉਹਨਾਂ ਦੇ ਅਡਾਨੀ ਅਬਾਨੀ ਨੇ ਉਹਨਾਂ ਦੇ ਖਿਲਾਫ ਲੜ ਕੇ ਜੰਗ ਜਿੱਤੀ ਜਾ ਸਕਦੀ ਹੈ। ਸੋ ਬਹੁਤ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਇਸ ਮੋਰਚੇ ਨੇ ਸਾਨੂੰ ਸਬਕ ਸਿਖਾਏ ਨੇ ਔਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੋਂਦ ਦੇ ਵਿੱਚ ਆਈਆਂ ਨੇ। ਆਪਸੀ ਭਾਈਚਾਰਾ ਕਿਵੇਂ ਬਣਾ ਕੇ ਰੱਖਣਾ ਔਰ ਜਿਹੜੀ ਜਿਸ ਕਿਸਮ ਦਾ ਪਿਛਲੇ ਦਿਨਾਂ ਦੇ ਵਿੱਚ ਜਾਤ ਪਾਤ ਦੇ ਨਾਂ ਦੇ ਉੱਤੇ, ਧਰਮਾਂ ਦੇ ਨਾਂ ਦੇ ਉੱਤੇ, ਖੇਤਰਾਂ ਦੇ ਨਾਂ ਦੇ ਉੱਤੇ, ਭਾਸ਼ਾਵਾਂ ਦੇ ਨਾਂ ਦੇ ਉੱਤੇ ਜਾਂ ਹੋਰ ਬਹੁਤ ਸਾਰੇ ਜਿਹੜੇ ਡਿਵਾਈਡ ਐਂਡ ਰੂਲਸ ਜਿਹੜੀ ਪਾਲਿਸੀ ਸਾਡੀਆਂ ਸਰਕਾਰਾਂ ਸਾਡੇ ਉੱਤੇ ਥੋਪਦੀਆਂ ਰਹੀਆਂ ਨੇ, ਉਹ ਸਾਰੇ ਚੀਜ਼ ਨੂੰ ਇਸ ਮੋਰਚੇ ਨੇ ਚੈਲੰਜ ਕੀਤਾ, ਖਤਮ ਕੀਤਾ। ਔਰ ਆਪਾਂ ਦੇਖਿਆ ਕਿ ਇਸ ਮੋਰਚੇ ਨੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦਾ, ਕਿਉਂਕਿ ਅਸੀਂ ਸਾਰੇ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਕਾ ਭਲਾ। ਸੋ ਇਸ ਕਰਕੇ ਇਹ ਮੋਰਚਾ ਜਿਹੜਾ ਹੈਗਾ ਸਰਬਤ ਦਾ ਭਲਾ ਵਾਲਾ ਮੋਰਚਾ ਬਣਿਆ ਔਰ ਅਖੀਰ ਨੂੰ ਜਿੱਤ ਹਾਸਲ ਹੋਈ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਓੜਕ ਸੱਚ ਰਹੀ, ਯਾਨੀ ਕਿ ਅਖੀਰ ਨੂੰ ਸੱਚ ਜਿਹੜਾ ਹੈਗਾ ਉਹ ਜਿੱਤਦਾ ਹੈ। ਕਿਉਂਕਿ ਕਿਸਾਨਾਂ ਦੇ ਪੱਲੇ ਸੱਚ ਸੀਗਾ ਔਰ ਇਹਨਾਂ ਲੀਡਰਾਂ ਦੇ ਪੱਲੇ ਸੱਚ ਸੀਗਾ ਔਰ ਉਹਨਾਂ ਨੇ ਸੱਚ ਦਾ ਜਿਹੜਾ ਸੀਗਾ ਪੱਲਾ ਫੜੀ ਰੱਖਿਆ। ਔਰ ਇਹੀ ਕਾਰਨ ਹੈ ਕਿ ਕਿਸਾਨ ਅਖੀਰ ਨੂੰ ਜਿੱਤ ਕੇ ਵਾਪਸ ਆਏ ਔਰ ਜਿੱਤ ਦੇ ਝੰਡੇ ਉਹਨਾਂ ਨੇ ਗੱਡੇ ਔਰ ਦਿੱਲੀ ਦੀਆਂ ਗੋਡਨੀਆਂ ਉਹਨਾਂ ਨੇ ਲਵਾ ਦਿੱਤੀਆਂ। ਪੰਗੂ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਅੱਗੇ ਤਾਂ ਪ੍ਰੋਗਰਾਮ ਹੋਣਗੇ ਕਿਸਾਨਾਂ ਦੇ, ਕੀ ਫਿਰ ਦਿੱਲੀ ਦੀ ਬਰੂਹਾਂ ਤੇ ਧਰਨੇ ਲੱਗਣਗੇ? 2 ਦਿਨ ਏਦਾਂ ਹੀ ਹੋਣਗੇ? ਕਿਸਾਨ ਆਗੂਆਂ ਦੇ ਵੀ ਇਸ ਗੱਲ ਨੂੰ ਲੈ ਕੇ ਕਹਿਣਾ। ਜੀ ਦੇਖੋ, ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਈ ਹੈ ਔਰ ਬਹੁਤ ਇੱਕ ਚੰਗੀ ਸ਼ੁਰੂਆਤ ਹੋਈ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹ ਤਾਂ ਹਜੇ ਟੇਲਰ ਹੈ, ਸਿਰਫ ਇਹ ਸਰਕਾਰ ਨੂੰ ਟੇਲਰ ਦਿਖਾਇਆ ਗਿਆ ਸੀਗਾ। ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲੋਕ ਇਕੱਠੇ ਹੋ ਰਹੇ ਨੇ, ਖਾਸ ਤੌਰ ਤੇ ਐਮਐਸਪੀ ਨੂੰ ਲੈ ਕੇ ਜਿਹੜਾ ਹੈਗਾ ਮਸਲਾ ਉਸੇ ਤਰ੍ਹਾਂ ਖੜਾ ਹੈ। ਇਸੇ ਤਰ੍ਹਾਂ ਜਿਹੜੇ ਵੱਖ-ਵੱਖ ਕੇਸ ਬਣਾਏ ਗਏ ਸੀਗੇ 1 ਸਾਲ ਤੋਂ, ਉਹਨੂੰ ਵੀ ਬਹੁਤਾ ਸੋਲਵ ਕਰਦੀ ਨਜ਼ਰ ਨਹੀਂ ਆ ਰਹੀ ਵੱਖ-ਵੱਖ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ। ਇਸੇ ਤਰ੍ਹਾਂ ਮੁਆਵਜ਼ਾ ਦੇਣ ਦੇ ਬਾਰੇ ਵੀ ਜਿਹੜੀ ਹੈਗੀ ਹੈ ਹਿਚਕਚਾਹਟ ਕੀਤੀ ਜਾ ਰਹੀ ਹੈ ਵੱਖ-ਵੱਖ ਸਰਕਾਰਾਂ ਤੋਂ। ਇਸੇ ਤਰ੍ਹਾਂ ਕਿਸਾਨੀ ਦਾ ਕਰਜ਼ਾ ਮਾਫੀ ਦੇ ਬਾਰੇ ਵੀ ਜਿਹੜਾ ਹੈਗਾ ਬਹੁਤਾ ਹੁੰਗਾਰਾ ਨਹੀਂ ਭਰਿਆ ਜਾ ਰਿਹਾ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਸਟੇਟਾਂ ਦੀਆਂ ਸਰਕਾਰਾਂ ਹੋਣ। ਯਾਨੀ ਕਹਿਣ ਦਾ ਮਤਲਬ ਹੈ ਕਿ ਕਿਸਾਨੀ ਦੇ ਮਸਲੇ ਲਗਭਗ ਹਜੇ ਉੱਥੇ ਹੀ ਖੜੇ ਨੇ, ਪਰ ਇਹਨਾਂ ਨੂੰ ਹੱਲ ਕਰਨਾ ਪਏਗਾ ਔਰ ਇਹ ਹੱਲ ਤਾਂ ਹੀ ਹੋਣਗੇ ਜੇਕਰ ਕਿਸਾਨਾਂ ਦੇ ਵਿੱਚ ਏਕਤਾ ਤੇ ਸੰਘਰਸ਼ ਉਸੇ ਤਰ੍ਹਾਂ ਕਾਇਮ ਰਹੇਗਾ। ਸੋ ਇਸੇ ਕਰਕੇ ਆਪਾਂ ਇਹ ਕਹਿਣਾ ਬਣਦਾ ਹੈ ਅੱਜ ਆਪਾਂ ਨੂੰ ਕਿ ਹਜੇ ਗੱਲਬਾਤ ਜਿਹੜੀ ਹੈਗੀ ਹਜੇ ਤਾਂ ਸ਼ੁਰੂਆਤ ਹੋਈ ਹੈ ਔਰ ਕਿਸਾਨੀ ਸੰਘਰਸ਼ ਦਾ ਇਹ ਟੇਲਰ ਕਹਿ ਸਕਦੇ ਹਾਂ। ਜਿਵੇਂ ਕਹਿੰਦੇ ਕਿ ਗਾਣਾ ਹੈ ਕਿ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਔਰ ਅਜੇ ਤਾਂ ਪਾਰਟੀ ਜਿਹੜੀ ਹੈਗੀ ਅਜੇ ਸ਼ੁਰੂਆਤ ਹੋਈ ਹੈ। ਔਰ ਜੇਕਰ ਇਸ ਨੂੰ ਅੱਗੇ ਲੈ ਕੇ ਜਾਣਾ ਹੈ, ਕਿਸਾਨਾਂ ਦੇ ਮਸਲੇ ਹੱਲ ਕਰਨੇ ਨੇ, ਖੇਤੀ ਨੂੰ ਉੱਤਮ ਬਣਾਉਣਾ ਹੈ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਖੇਤੀ ਕਿਸੇ ਵੇਲੇ ਉੱਤਮ ਮੰਨੀ ਜਾਂਦੀ ਸੀਗੀ, ਜੋ ਉੱਤਮ ਤਾਂ ਹੀ ਮੰਨੀ ਜਾਏਗੀ ਜੇਕਰ ਖੇਤੀ ਦੇ ਨੂੰ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਆਮਦਨ ਚੰਗੀ ਮਿਲੇਗੀ, ਉਹ ਆਪਣਾ ਪਰਿਵਾਰ ਪਾਲ ਸਕਣਗੇ, ਆਪਣੇ ਚੰਗੀ ਤਰ੍ਹਾਂ ਬੱਚੇ ਪਾਲ ਸਕਣਗੇ, ਤਾਂ ਹੀ ਜਿਹੜੇ ਹੈਗੇ ਨੇ ਉਹ ਚੰਗਾ ਜੀਵਨ ਜੀ ਸਕਦੇ ਆ। ਔਰ ਤਾਂ ਹੀ ਹੋ ਸਕਦਾ ਹੈ ਜੇਕਰ ਉਹਨਾਂ ਨੂੰ ਐਮਐਸਪੀ ਮਿਲੇ, ਉਹਨਾਂ ਦੇ ਜਿਹੜੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲੇ, ਉਹਨਾਂ ਨੂੰ ਚੰਗੀ ਹੈਲਥ ਮਿਲੇ, ਚੰਗੇ ਸਾਧਨ ਮਿਲਣ, ਰੁਜ਼ਗਾਰ ਮਿਲਣ, ਤਾਂ ਹੀ ਤਾਂ ਉਹਨਾਂ ਦੇ ਬੱਚੇ ਜਿਹੜੇ ਨੇ ਕਿਸਾਨਾਂ ਦੇ ਬੱਚੇ ਅੱਗੇ ਆ ਸਕਦੇ ਆ। ਨਹੀਂ ਤਾਂ ਜਿਹੜਾ ਹੈਗਾ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਵੀ ਇਸ਼ਾਰਾ ਕੀਤਾ ਸੀਗਾ, ਕਿਸਾਨ ਜਿਹੜਾ ਹੈਗਾ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਸੋ ਲਗਭਗ ਹਰ ਰੋਜ਼ ਸਾਡਾ ਪੰਜਾਬ ਦੇ 3 ਕਿਸਾਨ ਜਿਹੜੇ ਨੇ ਐਵਰੇਜ ਖੁਦਕੁਸ਼ੀਆਂ ਕਰ ਰਹੇ ਨੇ। ਉਹਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਦੇ ਲਈ ਨਵੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ ਔਰ ਉਹ ਨੀਤੀਆਂ ਤਾਂ ਹੀ ਬਣਨਗੀਆਂ, ਲੋਕ ਪੱਖੀ ਨੀਤੀਆਂ, ਕਿਸਾਨ ਪੱਖੀ ਨੀਤੀਆਂ, ਖੇਤੀ ਪੱਖੀ ਨੀਤੀਆਂ, ਖੇਤੀ ਦੀ ਆਮਦਨ ਬਣਾਉਣ ਦੇ ਪੱਖ ਦੇ ਵਿੱਚ ਨੀਤੀਆਂ
ਉਹ ਤਾਂ ਹੀ ਬਣਨਗੀਆਂ ਜੇਕਰ ਕਿਸਾਨਾਂ ਦਾ ਏਕਤਾ ਹੋਏਗੀ। ਕਿਸਾਨ ਮਜ਼ਦੂਰ ਜਿੰਨੀ ਦੇਰ ਇੱਕ ਮਿਲ ਕੇ ਕੋਈ ਵੱਡਾ ਸੰਘਰਸ਼ ਨਹੀਂ ਲੜਨਗੇ, ਉਨੀ ਦੇਰ ਸਾਡੀਆਂ ਸਰਕਾਰਾਂ ਨਹੀਂ ਸੁਣਦੀਆਂ। ਔਰ ਜੇਕਰ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਸੁਣਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਲਈ ਏਕਤਾ ਔਰ ਸੰਘਰਸ਼ ਬਹੁਤ ਹੀ ਜ਼ਰੂਰੀ ਹੈ। ਭੰਗੂ ਸਾਹਿਬ, ਡਾਕਟਰ ਸਾਹਿਬ ਕੀ ਰਾਜੇਵਾਲ ਸਾਹਿਬ ਦੇਖੋ ਸਿਆਸਤ 'ਚ ਜਾ ਸਕਦੇ ਨੇ? ਵੈਸੇ ਤਾਂ ਕੋਈ ਵੀ ਜਾ ਸਕਦਾ, ਸਿਆਸਤ ਦੇ ਕਿਸੇ ਦਾ ਏਕਾ ਅਧਿਕਾਰ ਥੋੜ੍ਹੀ ਹੈ, ਮੋਨੋਪੋਲੀ ਥੋੜ੍ਹੀ ਹੈ ਕਿ ਸਿਆਸਤਦਾਨ ਹੀ ਸਿਆਸਤ ਕਰਨਗੇ, ਆਮ ਲੋਕ ਕਿਉਂ ਨਹੀਂ ਸਿਆਸਤ ਕਰਨਗੇ। ਮੈਂ ਮੰਨਦਾ ਹੁੰਦਾ ਨਿੱਜੀ ਤੌਰ ਤੇ ਕਿ ਸਿਆਸਤ ਬੜਾ ਪਵਿੱਤਰ ਪੇਸ਼ਾ, ਕਿਉਂਕਿ ਲੋਕਾਂ ਦੀ ਸੇਵਾ ਦਾ ਪੇਸ਼ਾ ਇਹ ਕਿੱਤਾ ਇਹ। ਕੀ ਰਾਜੇਵਾਲ ਸਾਹਿਬ ਸਿਆਸਤ ਦੇ ਵਿੱਚ ਐਂਟਰੀ ਮਾਰ ਸਕਦੇ ਆ ਡਾਕਟਰ ਸਾਹਿਬ? ਦੇਖੋ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਸਿਆਸਤ ਜਿਹੜੀ ਹੈਗੀ ਹੈ ਹਰ ਕਿਸੇ ਦਾ ਇਹ ਜਿਹੜਾ ਹੈਗਾ ਫਰਜ਼ ਬਣਦਾ ਹੈ, ਡਿਊਟੀ ਹੈ, ਹੱਕ ਹੈ ਕਿ ਉਹ ਆਪਣੇ ਸਿਸਟਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਉਹ ਸਿਆਸਤ ਦੇ ਵਿੱਚ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਚੜੂਨੀ ਸਾਹਿਬ ਨੇ ਲਗਾਤਾਰ ਕੋਸ਼ਿਸ਼ ਕੀਤੀ ਕਿ ਸਾਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਦੇ ਬਿਆਨ ਆਉਂਦੇ ਰਹੇ ਨੇ, ਪਰ ਜਿਹੜੇ ਬਾਕੀ ਲੋਕ ਸੀਗੇ, ਬਾਕੀ ਜਥੇਬੰਦੀਆਂ ਦੇ ਲੀਡਰ ਸੀਗੇ, ਉਹੀ ਕਹਿੰਦੇ ਰਹੇ ਕਿ ਹਜੇ ਸਮਾਂ ਨਹੀਂ ਹੈ, ਹਜੇ ਸਿਰਫ ਆਪਣਾ ਜਿਹੜਾ ਹੈਗਾ 3 ਕਾਲੇ ਕਾਨੂੰਨ ਵਾਪਸ ਕਰਾਉਣ ਦਾ ਸਮਾਂ ਹੈ। ਸੋ ਉਨੀ ਦੇਰ ਸਾਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ, ਉਹਦੇ ਬਾਰੇ ਨਹੀਂ ਸੋਚਣਾ ਚਾਹੀਦਾ। ਪਰ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਹੁਣ ਇਹ 3 ਕਾਲੇ ਕਾਨੂੰਨ ਵਾਪਸ ਹੋ ਚੁੱਕੇ ਨੇ, ਬਾਕੀ ਮੰਗਾਂ ਵੀ ਮੰਨੀਆਂ ਜਾ ਚੁੱਕੀਆਂ ਨੇ ਲਗਭਗ, ਤਾਂ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਹੁਣ ਕਿਸਾਨਾਂ ਦੇ ਅੱਗੇ ਖੁੱਲਾ ਮੈਦਾਨ ਹੈ। ਉਹ ਜੇ ਉਹ ਚਾਹਣ ਕਿ ਸੱਤਾ ਦੇ ਵਿੱਚ ਆ ਕੇ ਉਹ ਸਿਸਟਮ ਨੂੰ ਬਦਲ ਸਕਦੇ ਹੈ, ਕਿਸਾਨ ਪੱਖੀ ਨੀਤੀਆਂ ਬਣਾ ਸਕਦੇ ਹੈ, ਤਾਂ ਉਹਨਾਂ ਨੂੰ ਜ਼ਰੂਰ ਹੁਣ ਆਉਣਾ ਚਾਹੀਦਾ ਹੈ। ਜੇਕਰ ਪਹਿਲਾਂ ਆਉਂਦੇ ਤਾਂ ਇਹਦੇ ਨਾਲ ਮੋਰਚਾ ਜਿਹੜਾ ਹੈਗਾ ਖਿੰਡ ਸਕਦਾ ਸੀਗਾ। ਔਰ ਜਿੰਨੀ ਦੇਰ ਇਹ ਮੋਰਚਾ ਬਣਿਆ ਰਹੇਗਾ ਉਨੀ ਦੇਰ ਤਾਂ ਦੇਖੋ, ਮੈਂ ਨਹੀਂ ਕਹਿੰਦਾ ਕਿ ਸਿਆਸਤ ਦੇ ਵਿੱਚ ਆ ਕੇ ਇਹ ਵੀ ਸਿਆਸਤੀ ਹੈ। ਜੇ ਆਪਾਂ ਕਹੀਏ ਕਿ ਜਿਹੜੀਆਂ 32 ਜਥੇਬੰਦੀਆਂ ਜਾਂ ਵੱਖ-ਵੱਖ ਸਟੇਟਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਉਹਨਾਂ ਦੇ ਲੀਡਰ ਸਿਆਸਤ ਨਹੀਂ ਕਰਦੇ, ਸਿਆਸਤ ਉਹ ਵੀ ਹੈ, ਪਰ ਉਹ ਕਿਸਾਨਾਂ ਦੇ ਪੱਖੀ ਸਿਆਸਤ ਹੈ। ਹੁਣ ਹੈ ਕਿ ਹੁਣ ਜੇ ਤੁਸੀਂ ਆਪਣੇ ਮਸਲਿਆਂ ਨੂੰ ਹੱਲ ਕਰਨਾ ਹੈ, ਆਪਣੇ ਜਿਹੜੇ ਖਾਸ ਤੌਰ ਤੇ ਜਿਹੜੇ ਕਾਨੂੰਨਾਂ ਨੂੰ ਬਣਾ ਕੇ ਤੁਸੀਂ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੇ ਹੋ, ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਸਿਆਸਤ ਦੇ ਵਿੱਚ ਹੀ ਆਉਣਾ ਪਏਗਾ। ਯਾਨੀ ਕਿ ਜਿਹੜੀਆਂ ਪਾਰਟੀਆਂ ਬਣਾ ਕੇ ਸਿਆਸਤ, ਹੁਣ ਜਥੇਬੰਦੀਆਂ ਵਾਲੀ ਸਿਆਸਤ ਨਹੀਂ ਹੈ। ਸਿਆਸਤ ਤਾਂ ਇਹ ਵੀ ਕਰਦੇ ਸੀਗੇ ਹੁਣ ਤੱਕ, ਜੇ ਆਪਾਂ ਵੱਖ-ਵੱਖ ਜਥੇਬੰਦੀਆਂ ਦਾ ਰਿਕਾਰਡ ਵੇਖਦੇ ਹਾਂ ਤਾਂ ਸਿਆਸਤ ਤਾਂ ਉਹਨਾਂ ਨੇ ਵੀ ਕੀਤੀ ਹੈ, ਪਰ ਉਹਨਾਂ ਦੀ ਸਿਆਸਤ ਜਿਹੜੀ ਹੈਗੀ ਆ ਪੋਲੀਟੀਕਲ ਸਿਆਸਤ ਦੀਆਂ ਜਿਹੜੀਆਂ ਸੀਗੀਆਂ ਉਸ ਕਿਸਮ ਦੀਆਂ ਪਾਰਟੀਆਂ ਬਣਾ ਕੇ ਨਹੀਂ ਸੀਗੀ। ਉਹਨਾਂ ਦੀ ਸੀਗੀ ਕਿ ਦਬਾਅ ਸਮੂਹ ਬਣਾ ਕੇ, ਪ੍ਰੈਸ਼ਰ ਗਰੁੱਪ ਬਣਾ ਕੇ ਸਿਆਸਤ ਨੂੰ ਝੁਕਾਉਣਾ, ਯਾਨੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸਿਆਸਤ ਹੁੰਦੀ ਹੈ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣਾ, ਇਹ ਵੀ ਇੱਕ ਸਿਆਸਤ ਸੀਗੀ। ਪਰ ਹੁਣ ਕੀ ਹੈ ਕਿ ਜੇ ਉਹ ਆਪਣੀ ਸਿਆਸਤ ਕਰਨੀ ਚਾਹੁੰਦੇ ਹੈ, ਆਪਣੀਆਂ ਪਾਰਟੀਆਂ ਬਣਾਉਣੀਆਂ ਚਾਹੁੰਦੇ ਹੈ, ਤਾਂ ਉਹਨਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਔਰ ਉਹ ਜੇਕਰ ਚਾਹਣ ਜੇ ਤਾਂ ਜਿਵੇਂ ਤੁਸੀਂ ਰਾਜੇਵਾਲ ਜੀ ਦੀ ਗੱਲ ਕੀਤੀ ਹੈ, ਤਾਂ ਉਹ ਜਾ ਵੀ ਸਕਦੇ ਆ ਕਿਸੇ ਚੰਗੀ ਪਾਰਟੀ ਜਿਹੜੀ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਪੱਖ ਵਿੱਚ ਹੁਣ ਤੱਕ ਭੁਗਤਦੀ ਆਈ ਹੈ, ਉਸ ਪਾਰਟੀ ਨੂੰ ਉਹ ਜੁਆਇਨ ਕਰ ਸਕਦੇ ਹੈ। ਚੜੂਨੀ ਸਾਹਿਬ ਆਪਣੀ ਵੱਖਰੀ ਪਾਰਟੀ ਬਣਾ ਸਕਦੇ ਹੈ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਉਮੀਦ ਤਾਂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਖ-ਵੱਖ ਪਾਰਟੀਆਂ ਦੇ ਲੀਡਰ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਜਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਸ਼ਿਫਟ ਹੋ ਸਕਦੇ ਆ। ਇਦਾਂ ਦੀਆਂ ਸੰਭਾਵਨਾਵਾਂ ਜ਼ਰੂਰ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਆਪਣਾ ਭੰਗੂ ਸਾਹਿਬ ਜੀ। ਡਾਕਟਰ ਸਾਹਿਬ ਬੀਜੇਪੀ ਭਾਵੇਂ ਅੰਦੋਲਨ ਖਤਮ ਹੋ ਗਿਆ, ਬੀਜੇਪੀ ਦੇ ਬਿਆਨਾਂ ਤੋਂ ਤੇ ਲੀਡਰਾਂ ਤੋਂ ਲੱਗਦਾ ਕਿ ਘਬਰਾਹਟ ਤਾਂ ਹੈ ਬੀਜੇਪੀ ਚ ਅਜੇ ਵੀ। ਭੰਗੂ ਸਾਹਿਬ ਦੇਖੋ, ਇਸ ਅੰਦੋਲਨ ਨੇ ਸਭ ਤੋਂ ਵੱਧ ਜੇ ਕਿਸੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਪਹੁੰਚਾ ਸਕਦਾ ਹੈ ਇਸ ਤਰ੍ਹਾਂ ਦਾ ਅੰਦੋਲਨ, ਉਹ ਬੀਜੇਪੀ ਪਾਰਟੀ ਹੈ। ਕਿਉਂਕਿ ਉਹਦਾ ਵੱਡਾ ਕਾਰਨ ਇਹੀ ਹੈ ਕਿ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰਾਂ ਨੂੰ ਜਿਵੇਂ ਘੇਰਿਆ ਗਿਆ, ਜਿਸ ਤਰ੍ਹਾਂ ਦੇ ਸਵਾਲ ਉਹਨਾਂ ਨੂੰ ਪੁੱਛੇ ਗਏ, ਇਹ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਜਾਂ ਘੱਟੋ ਘੱਟ ਬੀਜੇਪੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ। ਬੀਜੇਪੀ ਦੇ ਕਦੇ ਵੀ ਇਦਾਂ ਦੇ ਸਵਾਲਾਂ ਦਾ ਸਾਹਮਣਾ ਨਹੀਂ ਸੀ ਕੀਤਾ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਹੋਇਆ, ਇਸੇ ਤਰ੍ਹਾਂ ਬਾਅਦ ਦੇ ਵਿੱਚ ਯੂਪੀ ਦੇ ਵਿੱਚ ਹੋਇਆ, ਰਾਜਸਥਾਨ ਦੇ ਵਿੱਚ ਹੋਇਆ, ਵੱਖ-ਵੱਖ ਸਟੇਟਾਂ ਦੇ ਵਿੱਚ ਹੋਇਆ ਇਹ ਸਾਰੀਆਂ ਗੱਲਾਂ। ਸੋ ਉੱਥੋਂ ਹੀ ਲੱਗਦਾ ਹੈ ਕਿ ਬੀਜੇਪੀ ਦੇ ਵਿੱਚ ਬਹੁਤ ਵੱਡੀ ਘਬਰਾਹਟ ਪਹਿਲਾਂ ਵੀ ਸੀਗੀ, ਅੱਜ ਵੀ ਹੈ। ਔਰ ਉਹਦਾ ਵੱਡਾ ਕਾਰਨ ਇਹੀ ਹੈ ਕਿ 22 ਦੀਆਂ ਚੋਣਾਂ ਸਿਰ ਤੇ ਨੇ, ਬਹੁਤ ਥੋੜਾ ਸਮਾਂ ਰਹਿ ਚੁੱਕਿਆ ਹੈ। ਖਾਸ ਤੌਰ ਤੇ ਯੂਪੀ ਨੂੰ ਲੈ ਕੇ, ਉੱਤਰਾਖੰਡ ਨੂੰ ਲੈ ਕੇ ਜਦੋਂ ਅਸੀਂ ਇਹ ਦੇਖਦੇ ਹਾਂ, ਸਾਰਾ ਸਿਨੈਰੀਓ ਦੇਖਦੇ ਹਾਂ, ਦ੍ਰਿਸ਼ ਦੇਖਦੇ ਹਾਂ, ਤਾਂ ਉਹਦੇ ਵਿੱਚ ਬੀਜੇਪੀ ਜਿਹੜੀ ਹੈਗੀ ਹੈ ਉਹਨੂੰ ਇਸ ਅੰਦੋਲਨ ਦਾ ਸਭ ਤੋਂ ਵੱਡਾ
ਘਾਟਾ ਪਿਆ ਹੈ, ਉਹਨੂੰ ਮਾਰ ਪਈ ਹੈ। ਸੋ ਇਹਦਾ ਕਾਰਨ ਇਹੀ ਹੈ ਕਿ ਲੋਕ ਜਿਹੜੇ ਨੇ ਬੀਜੇਪੀ ਦੇ ਖਿਲਾਫ ਇਕੱਠੇ ਹੋ ਰਹੇ ਨੇ, ਚਾਹੇ ਉਹ ਕਿਸਾਨ ਹੋਣ, ਚਾਹੇ ਮਜ਼ਦੂਰ ਹੋਣ, ਚਾਹੇ ਆਮ ਲੋਕ ਹੋਣ। ਤੁਸੀਂ ਦੇਖਿਆ ਹੋਵੇਗਾ ਕਿ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਾਅਦ ਜਿਹੜਾ ਗੁੱਸਾ ਫੁੱਟਿਆ ਸੀਗਾ ਬੀਜੇਪੀ ਦੇ ਖਿਲਾਫ, ਉਹ ਹਜੇ ਵੀ ਜਾਰੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਹੈਗਾ ਇਹ ਗੁੱਸਾ ਇਹ ਉਸੇ ਤਰ੍ਹਾਂ ਜਾਰੀ ਰਹੇਗਾ। ਸੋ ਇਸੇ ਤੋਂ ਬੀਜੇਪੀ ਘਬਰਾ ਰਹੀ ਹੈ। ਜੇਕਰ ਬੀਜੇਪੀ ਹਾਰਦੀ ਹੈ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ ਹਾਰਦੀ ਹੈ, ਤਾਂ ਲਾਜ਼ਮੀ ਤੌਰ ਤੇ 24 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਤਾਂ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਹਾਰਨ ਦੀਆਂ ਪੂਰੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਇਹੀ ਕਾਰਨ ਹੈ ਕਿ ਬੀਜੇਪੀ ਨੇ ਇਹ ਇੱਕਦਮ ਕਾਲੇ ਕਾਨੂੰਨ ਜਿਹੜੇ ਸੀਗੇ ਉਹ ਰੱਦ ਕੀਤੇ, ਉਹਨਾਂ ਨੂੰ ਜਿਹੜਾ ਹੈਗਾ ਬੈਕਫੁੱਟ ਤੇ ਚਲੀ ਗਈ ਬੀਜੇਪੀ। ਸੋ ਕਾਰਨ ਇਹੀ ਸੀਗਾ ਕਿ 22 ਦੀਆਂ ਚੋਣਾਂ ਤੋਂ ਉਹਨੂੰ ਡਰ ਲੱਗਦਾ ਸੀਗਾ ਕਿ ਕਿਤੇ ਇਹ ਲੋਕਾਂ ਦਾ ਉਭਾਰ ਜਿਹੜਾ ਹੈਗਾ 22 ਦੀਆਂ ਚੋਣਾਂ, ਖਾਸ ਤੌਰ ਤੇ ਯੂਪੀ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ, ਉੱਥੇ ਸਾਨੂੰ ਵੱਡੀ ਹਾਰ ਦਾ ਕਿਤੇ ਸਾਹਮਣਾ ਨਾ ਕਰਨਾ ਪੈ ਜੇ। ਇਹੀ ਕਾਰਨ ਸੀਗਾ ਕਿ ਮੋਦੀ ਸਾਹਿਬ ਨੇ ਇਹ ਬਿੱਲ ਜਿਹੜੇ ਸੀਗੇ ਅਚਾਨਕ ਜਿਹੜੇ ਸੀਗੇ ਬਾਹਰ ਆ ਕੇ ਔਰ ਆਏ ਔਰ ਉਹਨਾਂ ਨੇ ਮਾਫੀ ਵੀ ਮੰਗੀ ਕਿਸਾਨਾਂ ਤੋਂ। ਇਹ ਉਹਨਾਂ ਨੂੰ ਲੈਣ ਲਈ ਮਜਬੂਰ ਹੋਣਾ ਪਿਆ। ਪੰਗੂ ਸਾਹਿਬ, ਡਾਕਟਰ ਸਾਹਿਬ, ਪੰਜਾਬ ਦੀ ਸਿਆਸਤਾਂ ਦਾ ਕੀ ਹਾਲ ਰਹੂਗਾ? ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀਆਂ ਚੇਂਜਿਸ, ਬਹੁਤ ਵੱਡੇ ਬਦਲਾਅ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਖਾਸ ਤੌਰ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਜਿਹਦੇ ਵਿੱਚ ਬੀਜੇਪੀ ਸ਼ਾਮਲ ਹੈ, ਜਿਹਦੇ ਵਿੱਚ ਅਕਾਲੀ ਦਲ ਸ਼ਾਮਲ ਹੈ, ਜਿਹਦੇ ਵਿੱਚ ਕਾਂਗਰਸ ਸ਼ਾਮਲ ਹੈ, ਜਿਹਦੇ ਵਿੱਚ ਹੋਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਵੀ ਸ਼ਾਮਲ ਨੇ, ਉਹਨਾਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਹੀ ਪਏਗਾ। ਕਿਉਂਕਿ ਇਹ ਸੰਘਰਸ਼ ਨੇ ਸਾਨੂੰ ਸਿਖਾਇਆ ਹੈ ਕਿ ਆਪਣੇ ਲੀਡਰਾਂ ਨੂੰ ਕਿਵੇਂ ਘੇਰਨਾ ਹੈ, ਉਹਨਾਂ ਨੂੰ ਚੁਰਾਹਿਆਂ 'ਚ ਖੜਾ ਕਰਕੇ, ਉਹਨਾਂ ਨੂੰ ਸੜਕਾਂ ਤੇ ਖੜੇ ਕਰਕੇ ਉਹਨਾਂ ਤੋਂ ਸਵਾਲ ਕਿਵੇਂ ਪੁੱਛਣੇ ਨੇ, ਬੁਨਿਆਦੀ ਸਵਾਲ ਜਿਹੜੇ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਸੰਬੰਧਿਤ ਨੇ, ਜਿਹੜੇ ਇਹਨਾਂ ਵੱਖ-ਵੱਖ ਪਾਰਟੀਆਂ ਦੇ ਲਾਰਿਆਂ ਦੇ ਨਾਲ ਸੰਬੰਧਿਤ ਸੀਗੇ, ਜਿਹੜੇ ਇਹ ਵੱਡੇ-ਵੱਡੇ ਫਾਰਮ ਭਰ ਕੇ ਔਰ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਸੌਹਾਂ ਖਾਂਦੇ ਰਹੇ ਸੀਗੇ, ਉਹਨਾਂ ਦੇ ਉੱਤੇ ਸਵਾਲ ਜਿਹੜੇ ਨੇ ਚੁੱਕਣੇ ਇਸ ਅੰਦੋਲਨ ਨੇ ਸਿਖਾਏ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਨੇ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਆਮ ਲੋਕ ਇਹਨਾਂ ਵੱਡੇ ਲੀਡਰਾਂ ਤੋਂ ਸਵਾਲ ਪੁੱਛਣਗੇ। ਔਰ ਇਹੀ ਕਾਰਨ ਹੈ ਕਿ ਇਹ ਵੱਡੇ ਲੀਡਰ ਜਿਹੜੇ ਕਿਸੇ ਵੇਲੇ ਕਹਿੰਦੇ ਸੀਗੇ ਅਸੀਂ ਲੀਡਰਸ਼ਿਪ ਕਰਾਂਗੇ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਹਾਵੀ ਹੁੰਦੀਆਂ ਨੇ ਇਹਨਾਂ ਵੱਖ-ਵੱਖ ਪਾਰਟੀਆਂ ਦੇ ਉੱਤੇ, ਰਵਾਇਤੀ ਪਾਰਟੀਆਂ ਦੇ ਉੱਤੇ, ਤਾਂ ਲਾਜ਼ਮੀ ਤੌਰ ਤੇ ਇਹਨਾਂ ਦੀ ਪੋਲਿਟਿਕਸ ਦੇ ਵਿੱਚ ਵੀ ਬਹੁਤ ਵੱਡੇ ਬਦਲਾਅ ਆਉਣਗੇ। ਖਾਸ ਤੌਰ ਤੇ ਟਿਕਟਾਂ ਨੂੰ ਲੈ ਕੇ ਤੁਸੀਂ ਦੇਖੋਗੇ ਕਿ ਟਿਕਟਾਂ ਨੂੰ ਲੈ ਕੇ ਤੁਸੀਂ ਜਿਹੜੇ ਕਿਸਾਨ ਚਿਹਰੇ ਨੇ ਜਾਂ ਕਿਸਾਨ ਪੱਖੀ ਚਿਹਰੇ ਨੇ ਉਹਨਾਂ ਨੂੰ ਵੱਧ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਹਰ ਪਾਰਟੀ ਚਾਹੇਗੀ ਕਿ ਕਿਸਾਨ ਜਿਹੜੇ ਚਿਹਰੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਕਿਸਾਨਾਂ ਦੀ ਸਿੰਪਥੀ ਜਿਹੜੀ ਹੈਗੀ ਹੈ ਉਹ ਜਿੱਤੀ ਜਾ ਸਕੇ। ਔਰ ਕਿਸਾਨ ਪੱਖੀ ਜਿਹੜੇ ਨੇ ਅਗਲੇ ਦਿਨਾਂ ਦੇ ਵਿੱਚ ਜਿਹੜੇ ਮੈਨੀਫੈਸਟੋ ਬਣਨਗੇ ਉਹ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਣ ਸਕਦੇ ਨੇ। ਕਿਸਾਨਾਂ ਦਾ ਇੱਕ ਵੱਖਰਾ ਮੈਨੀਫੈਸਟੋ ਵੀ ਵੱਖ-ਵੱਖ ਪਾਰਟੀਆਂ ਦੇ ਸਕਦੀਆਂ ਨੇ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਬਹੁਤ ਵੱਡੇ ਬਦਲਾਅ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ। ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ, ਬਦਲਾਅ ਦੇਖਣ ਨੂੰ ਮਿਲਣਗੇ। ਕਿਸਾਨੀ ਅੰਦੋਲਨ ਨੇ ਇੱਕ ਨਵੀਂ ਲੀਹ ਪਾਈ ਹੈ। ਕਿਸਾਨੀ ਅੰਦੋਲਨ ਨੇ ਲੋਕਾਂ ਨੂੰ, ਤੁਸੀਂ ਵੀ ਜ਼ਿਕਰ ਕੀਤਾ ਕਿ ਸਵਾਲ ਕਰਨੇ ਸਿਖਾਏ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਲੋਕ ਰਣ ਦੇ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ ਜੀ। ਧੰਨਵਾਦ। ਦੋਸਤੋ, ਸਾਡੇ ਨਾਲ ਬੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਨੇ ਸਾਰੀ ਗੱਲਬਾਤ ਸਮਝਾਈ ਕਿ ਅੰਦੋਲਨ ਦਾ ਸਾਲ ਕਿਵੇਂ ਬੀਤਿਆ, ਸਰਕਾਰਾਂ ਦੇ ਅੱਗੇ ਕੀ ਕਦਮ ਰਹਿਣਗੇ ਤੇ ਅੰਦੋਲਨ ਦੇ ਅੱਗੇ ਕਿਹੜੇ ਉਹ ਨਕਸ਼ੇ ਕਦਮ ਹੋਣਗੇ ਜਿਨ੍ਹਾਂ ਉੱਤੇ ਅੰਦੋਲਨ ਚੱਲੂਗਾ। ਸਾਡੇ ਕੋਲ ਹਰ ਵਾਰ ਦੀ ਤਰ੍ਹਾਂ ਅਸੀਂ ਵੀ ਤੁਹਾਡੇ ਨਾਲ ਨਵੀਂ ਜਾਣਕਾਰੀ ਲੈ ਕੇ ਸਾਂਝੀ ਕਰਾਂਗੇ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।